ਗੁੱਡ ਮਾਰਨਿੰਗ 8th ਕਲਾਸ ਬੇਟਾ ਜੀ। ਤੁਹਾਨੂੰ ਪਤਾ ਅਸੀਂ ਤੁਹਾਡੀ NMMS ਦੀ ਪ੍ਰੈਪਰੇਸ਼ਨ ਕਰਵਾ ਰਹੇ ਹਾਂ। ਉਹਦੇ ਅੰਡਰ ਅੱਜ ਮੈਂ ਜਿਹੜਾ ਸੈਟ ਦਾ ਲੈਕਚਰ ਨੈਕਸਟ ਲੈਣ ਜਾ ਰਹੀ ਹਾਂ। ਵੈਰੀ ਇੰਪੋਰਟੈਂਟ ਟੌਪਿਕ ਕਾਰਬਨ। ਕਾਫੀ ਕੁਐਸਚਨਸ ਉਮੀਦ ਹੁੰਦੇ ਇਹਦੇ ਪੇਪਰ 'ਚ ਆਉਣ ਲਈ, ਪਰ ਉਸ ਤੋਂ ਪਹਿਲੇ ਆਪਾਂ ਸਭ ਤੋਂ ਪਹਿਲੇ ਉਹਦੇ ਇੰਪੋਰਟੈਂਟ ਪੁਆਇੰਟ ਡਿਸਕਸ ਕਰ ਲਈਏ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗੀ ਕਿ ਕਿੱਦਾਂ ਦੇ MCQs ਇਹਦੇ ਆਉਣ ਦੀ ਜਿਹੜੇ ਚਾਂਸਸ ਹੁੰਦੇ ਨੇ। ਸਭ ਤੋਂ ਪਹਿਲੇ ਤਾਂ ਤੁਹਾਨੂੰ ਪਤਾ ਹੈ ਕਿ ਕਾਰਬਨ ਇੱਕ ਨੌਨ ਮੈਟਲ ਹੈ। ਐਵਰੀਬਡੀ ਨੋਜ਼ ਕਿ ਅਧਾਤ ਹੈ, ਜਿਸ ਨੂੰ ਆਪਾਂ ਪੰਜਾਬੀ 'ਚ ਕੀ ਕਹਿੰਦੇ ਹਾਂ, ਨੌਨ ਮੈਟਲ। ਠੀਕ ਹੈ ਜੀ, ਕਾਰਬਨ ਇੱਕ ਨੌਨ ਮੈਟਲ ਹੈ ਜਿਸ ਦਾ ਸੰਕੇਤ ਕੀ ਹੈ, C ਹੈ। ਠੀਕ ਹੈ ਜੀ, ਕਾਰਬਨ ਜੀਵ ਜੰਤੂਆਂ ਅਤੇ ਪੌਦਿਆਂ ਦੋਨਾਂ ਵਿੱਚ ਮਿਲਦਾ ਹੈ, ਐਨੀਮਲਸ ਅਤੇ ਪਲਾਂਟਸ ਦੋਨਾਂ ਵਿੱਚ ਮਿਲਦਾ ਹੈ। ਠੀਕ ਹੈ ਜੀ, ਅਗਲੀ ਗੱਲ ਕਰਨ ਜਾ ਰਹੇ ਹਾਂ। ਕੁਦਰਤੀ ਰੂਪ ਵਿੱਚ ਕਾਰਬਨ ਸਾਨੂੰ ਮਿਲਦਾ ਜੀ ਕੋਲ ਅਤੇ ਪੈਟਰੋਲੀਅਮ ਫਾਰਮ 'ਚ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਮਤਲਬ ਕੋਲ ਅਤੇ ਪੈਟਰੋਲੀਅਮ ਫਾਰਮ 'ਚ ਜਿਹੜਾ ਸਾਨੂੰ ਮਿਲਦਾ ਕੋਲਾ ਅਤੇ ਪੈਟਰੋਲੀਅਮ ਫਾਰਮ 'ਚ, ਵਿਚ ਇਜ਼ ਵੈਰੀ ਇੰਪੋਰਟੈਂਟ ਥਿੰਗ ਕਿ ਸਾਨੂੰ ਕਾਰਬਨ ਇਹਦੇ ਵਿੱਚ ਮਿਲਦਾ ਹੈ। ਇਹਨਾਂ ਦੋਨਾਂ ਫਾਰਮ ਦੇ ਵਿੱਚ ਨੈਚੁਰਲ ਫਾਰਮ 'ਚ ਮਿਲਦਾ ਹੈ। ਅੱਗੇ ਗੱਲ ਕਰੀਏ ਤਾਂ ਵੁੱਡ ਹੈ ਨਾ ਜੀ, ਲੱਕੜ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਕੋਕ ਔਰ ਚਾਰਕੋਲ, ਆਲ ਦੀਜ਼ ਫਾਰਮਸ ਦੇ ਵਿੱਚ ਸਾਨੂੰ ਜਿਹੜਾ ਕਾਰਬਨ ਹੈ ਉਹ ਮਿਲਦਾ ਹੈ। ਠੀਕ ਹੈ ਜੀ, ਦ੍ਰਵਿਤ ਪੈਟਰੋਲੀਅਮ ਗੈਸ 'ਚ ਵੀ ਮਿਲਦਾ ਹੈ, ਜਿਹਨੂੰ ਆਪਾਂ CNGs ਕਹਿ ਦਿੰਦੇ ਹਾਂ। ਠੀਕ ਹੈ ਜੀ, ਕਾਰਬਨ ਦੇ ਨਾ ਭਿੰਨ ਰੂਪ ਹੁੰਦੇ ਨੇ। ਭਿੰਨ ਰੂਪ ਮਤਲਬ ਕਿ ਇਹ ਤੋਂ ਮਤਲਬ ਕਿੱਦਾਂ ਦੇ ਜਿਹੜੇ ਚੀਜ਼ਾਂ ਬਣਦੀਆਂ ਨੇ, ਜਿਹਨੂੰ ਆਪਾਂ ਕਹਿ ਦਿੰਦੇ ਹੀਰਾ, ਗ੍ਰੇਫਾਈਟ ਤੇ ਫਲੋਰੀਨ। ਠੀਕ ਹੈ ਜੀ, ਇੱਕ ਗੱਲ ਮੈਂ ਤੁਹਾਡੇ ਨਾਲ ਇੱਥੇ ਡਿਸਕਸ ਕਰਨਾ ਚਾਹੁੰਦੀ ਹਾਂ ਕਿ ਇਹਨਾਂ ਦੇ ਡਿਫਰੈਂਟ ਕੁਐਸਚਨਸ ਪੇਪਰ 'ਚ ਆਉਂਦੇ ਨੇ। ਕਿ ਜਿੱਦਾਂ ਹੀਰੇ ਦਾ ਕੁਐਸਚਨ ਆਉਂਦਾ ਕਿ ਹਾਰਡੈਸਟ ਨੋਨ ਸਬਸਟਾਂਸ ਕਿਹੜਾ ਹੈ, ਸਭ ਤੋਂ ਸਖਤ ਹੈ ਨਾ, ਹਾਰਡੈਸਟ ਨੋਨ ਸਬਸਟਾਂਸ, ਤੇ ਉਹਦਾ ਆਪਾਂ ਗੱਲ ਕਰਦੇ ਹਾਂ ਕਿ ਉਹ ਕੀ ਹੈ ਜੀ, ਹੀਰਾ ਹੈ। ਠੀਕ ਹੈ, ਗ੍ਰੇਫਾਈਟ ਦਾ ਕੁਐਸਚਨ ਆ ਜਾਂਦਾ ਕਿ ਕਿੱਥੇ ਮੌਜੂਦ ਹੈ, ਤੇ ਤੁਹਾਨੂੰ ਪਤਾ ਕਿ ਪੈਨਸਿਲ ਦੇ ਜਿਹੜੇ ਲੈਡ ਦੇ ਸਿੱਕੇ ਆ, ਪੈਨਸਿਲ ਦੇ ਜਿਹੜੇ ਸਿੱਕੇ ਆ ਜਾਂ ਪੈਨਸਿਲ ਲੈਡਸ ਹੈ ਉਹਨਾਂ 'ਚ ਮਿਲਦੇ ਨੇ। ਫਲੋਰੀਨ ਦਾ ਬੇਸਿਕਲੀ ਕੁਐਸਚਨ ਆ ਜਾਂਦਾ ਕਿ ਕਿੰਨੇ ਕਾਰਬਨ ਨੂੰ ਰਲ ਕੇ ਫਲੋਰੀਨ ਬਣਿਆ, ਜਿਹਦੀ ਸ਼ੇਪ ਫੁੱਟਬਾਲ ਦੀ ਹੈ। ਤਾਂ C60 ਕਾਰਬਨ ਨੂੰ ਰਲ ਕੇ ਬਣਿਆ। ਠੀਕ ਹੈ, 60 ਕਾਰਬਨ ਮਿਲ ਕੇ ਫਲੋਰੀਨ ਬਣਦੇ ਆ, ਤੇ ਜਿਹਦੇ ਆਪਾਂ ਕੀ ਕਹਿੰਦੇ ਆ, ਫੁੱਟਬਾਲ ਟਾਈਪ ਇਹਦੀ ਸ਼ੇਪ ਹੁੰਦੀ ਨੇ। ਅੱਗੇ ਗੱਲ ਕਰਦੇ ਹਾਂ ਕਿ ਵਾਯੂਮੰਡਲ ਵਿੱਚ ਕਾਰਬਨ ਅਤੇ ਕਾਰਬਨ ਡਾਈਆਕਸਾਈਡ, ਜਿਹੜਾ ਕਾਰਬਨ ਹੈ ਵਾਯੂਮੰਡਲ 'ਚ, ਅਗਰ ਮੈਂ ਐਟਮੋਸਫੇਅਰ ਦੀ ਗੱਲ ਕਰਾਂ ਯਾਨੀ ਵਾਯੂਮੰਡਲ ਦੀ ਗੱਲ ਕਰਾਂ, ਤਾਂ ਜਿਹੜਾ ਕਾਰਬਨ ਹੈ ਉਹ ਮੌਜੂਦ ਹੈ ਕਾਰਬਨ ਡਾਈਆਕਸਾਈਡ ਦੀ ਫਾਰਮ ਦੇ ਵਿੱਚ। ਕਿਹਦੇ 'ਚ ਮੌਜੂਦ ਹੈ, ਕਾਰਬਨ ਡਾਈਆਕਸਾਈਡ ਦੀ ਫਾਰਮ 'ਚ। ਜੇ ਆਪਾਂ ਹਰੇ ਪੌਦੇ ਵਾਯੂਮੰਡਲ ਦੀ ਕਾਰਬਨ ਡਾਈਆਕਸਾਈਡ ਅਤੇ ਸਾਨੂੰ ਇਹ ਪਤਾ ਕਿ ਜਿਹੜੇ ਪਲਾਂਟਸ ਹੁੰਦੇ ਨੇ ਉਹ ਆਪਣਾ ਭੋਜਨ ਜਿਹੜਾ ਹੈ ਉਹ ਕਾਰਬਨ ਡਾਈਆਕਸਾਈਡ ਦੀ ਮੌਜੂਦਗੀ ਵਿੱਚ ਬਣਾਉਂਦੇ ਨੇ, ਸੂਰਜ ਦੇ ਪ੍ਰਕਾਸ਼ ਦੀ ਤੇ ਕਲੋਰੋਫਿਲ ਦੇ, ਤੇ ਉਹ ਅਲਟੀਮੇਟਲੀ ਸਾਨੂੰ ਕਾਰਬੋਹਾਈਡਰੇਟਸ ਦੀ ਫਾਰਮ 'ਚ ਜਿਹੜੇ ਹੈ ਉਹ ਭੋਜਨ ਦਿੰਦੇ ਨੇ, ਡਰੇਟ ਦੀ ਫਾਰਮ 'ਚ ਸਾਨੂੰ ਭੋਜਨ ਦਿੰਦੇ ਨੇ। ਠੀਕ ਹੈ ਜੀ, ਸੌਰੀ, ਕਾਰਬੋਹਾਈਡਰੇਟ ਦੀ ਫਾਰਮ 'ਚ ਸਾਨੂੰ ਭੋਜਨ ਦਿੰਦੇ ਨੇ। ਜਿਨ੍ਹਾਂ ਯੌਗਿਕਾਂ ਵਿੱਚ ਕਾਰਬਨ ਮੌਜੂਦ ਹੁੰਦਾ ਹੈ ਬੇਸਿਕਲੀ ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਕਾਰਬਨ ਯੌਗਿਕ। ਜਿਨ੍ਹਾਂ 'ਚ ਕਾਰਬਨ ਮੌਜੂਦ ਹੁੰਦਾ ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਕਿ ਉਹ ਕਾਰਬਨ ਦੇ ਕੰਪਾਊਂਡਸ ਹੈ ਜਾਂ ਕਾਰਬਨ ਦੇ ਯੌਗਿਕ ਹਨ। ਠੀਕ ਹੈ ਜੀ, ਤੇ ਕਾਰਬਨ ਤੋਂ ਇਲਾਵਾ ਸਾਡੇ ਕੋਲ ਜਿਹੜਾ ਸਲਫਰ ਹੈ, ਫਾਸਫੋਰਸ ਹੈ ਜਾਂ ਲੋਹਾ ਹੈ, ਇਹਨਾਂ ਦੇ ਵੀ ਭਿੰਨ ਰੂਪਤਾ ਦਿਖਾਉਂਦੇ ਨੇ। ਦੂਜੀ ਗੱਲ ਮੈਂ ਇੱਥੇ ਜਿਹੜੀ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਹੀਰਾ ਸਭ ਤੋਂ ਸਖਤ ਵਸਤੂ ਹੈ, ਸਭ ਤੋਂ ਸਖਤ ਵਸਤੂ ਹੈ। ਠੀਕ ਹੈ ਜੀ, ਵੈਰੀ ਇੰਪੋਰਟੈਂਟ ਦਿਸ ਥਿੰਗ ਕਿ ਜਿਹੜਾ ਹੀਰਾ ਹੈ ਉਹ ਸਭ ਤੋਂ ਸਖਤ ਜਿਹੜੀ ਹੈ ਵਸਤੂ ਹੈ। ਠੀਕ ਹੈ ਜੀ, ਅੱਗੇ ਗੱਲ ਕਰਾਂਗੇ ਆਪਾਂ ਕਿ ਜਿਹੜਾ ਗ੍ਰੇਫਾਈਟ ਹੈ, ਗ੍ਰੇਫਾਈਟ ਦੀ ਜੇ ਮੈਂ ਗੱਲ ਕਰਾਂ ਤਾਂ ਗ੍ਰੇਫਾਈਟ ਕੀ ਹੈ ਜੀ, ਗ੍ਰੇਫਾਈਟ ਬਿਜਲੀ ਦਾ ਸੁਚਾਲਕ ਹੈ। ਗ੍ਰੇਫਾਈਟ ਬਿਜਲੀ ਦਾ ਸੁਚਾਲਕ ਹੈ। ਠੀਕ ਹੈ ਜੀ, ਮਤਲਬ ਇਹਦੇ 'ਚੋਂ ਈਜ਼ੀਲੀ ਜਿਹੜੀ ਇਲੈਕਟ੍ਰੀਸਿਟੀ ਉਹ ਪਾਸ ਹੋ ਸਕਦੀ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਕਿ ਹੀਰਾ ਅਤੇ ਗ੍ਰੇਫਾਈਟ, ਬੇਟਾ ਮੈਂ ਭਿੰਨ ਰੂਪ ਦੀ ਗੱਲ ਕੀਤੀ ਨਾ, ਭਿੰਨ ਰੂਪ ਮਤਲਬ ਕਿ ਭੌਤਿਕ ਗੁਣ ਇਹਨਾਂ ਦੇ ਵੱਖਰੇ ਵੱਖਰੇ ਨੇ, ਪਰ ਰਸਾਇਣਿਕ ਗੁਣ ਜਿਹੜੇ ਹੈ ਇੱਕੋ ਸਮਾਨ ਹੈ। ਰਸਾਇਣਿਕ ਗੁਣ ਕਿਉਂ ਇੱਕੋ ਸਮਾਨ ਹੈ, ਕਿਉਂਕਿ ਚਾਹੇ ਭਾਵੇਂ ਹੀਰਾ ਹੈ ਭਾਵੇਂ ਗ੍ਰੇਫਾਈਟ ਹੈ, ਬਣਿਆ ਤੇ ਇਹਦੇ ਤੋਂ ਹੀ ਹੈ। ਕਿਹਦੇ ਤੋਂ ਬਣਿਆ ਜੀ, ਕਾਰਬਨ ਤੋਂ। ਠੀਕ ਹੈ ਜੀ, ਦੂਜੀ ਗੱਲ ਇੱਥੇ ਇੱਕ ਗੱਲ ਬਹੁਤ ਇੰਪੋਰਟੈਂਟ ਹੈ ਕਿ ਜਿਹੜੀ ਕਾਰਬਨ ਡਾਈਆਕਸਾਈਡ ਹੈ ਨਾ ਉਹ ਅਕਾਰਬਨਿਕ ਯੌਗਿਕ ਹੈ, ਉਹ ਅਕਾਰਬਨਿਕ ਯੌਗਿਕ ਹੈ। ਕਾਰਬਨ ਡਾਈਆਕਸਾਈਡ ਅਕਾਰਬਨਿਕ ਯੌਗਿਕ ਹੈ। ਠੀਕ ਹੈ ਜੀ, ਕਾਰਬਨ ਡਾਈਆਕਸਾਈਡ ਜਿਹੜਾ ਹੈ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਿਹੜੀ ਕਾਰਬਨ ਡਾਈਆਕਸਾਈਡ ਹੈ ਇਹ ਬੇਸਿਕਲੀ ਪਾਣੀ ਵਿੱਚ ਘੁਲ ਕੇ ਕਾਰਬੋਨਿਕ ਐਸਿਡ ਬਣਾਉਂਦੀ ਹੈ। ਠੀਕ ਹੈ, ਕੀ ਬਣਾਉਂਦੀ ਹੈ, ਕਾਰਬੋਨਿਕ ਐਸਿਡ। ਠੀਕ ਹੈ ਜੀ, ਅੱਗੇ ਕਾਰਬਨ ਦੀ ਗੱਲ ਕਰਾਂ ਤੇ ਕਾਰਬਨ ਦੇ ਡਿਫਰੈਂਟ ਰੂਪ ਨੇ, ਮੀਥੇਨ, ਈਥੇਨ ਹੈ ਨਾ, ਈਥੇਨ ਤੇ ਪ੍ਰੋਪੇਨ। ਠੀਕ ਹੈ ਜੀ, ਪ੍ਰੋਪੇਨ।
ठीक है जी, मीथेन, ईथेन ते प्रोपेन। ठीक है, मीथेन का जिहड़ा अणवी फॉर्मूला है दैट इज CH4, ईथेन इज C2H6, पर तुसी मीथेन का याद रखो। बेसिकली बेटा जी मीथेन नूं आपां जिहड़ी कुदरती गैस है ना, इहदा मेन जिहड़ा कंटेंट है, कुदरती गैस का जिहड़ा मेन कंटेंट है वो मीथेन ही है। ते इहनूं आपां मार्श गैस भी कह दिंदे आ। इहनूं आपां की कह दिंदे आ? मार्श गैस। किहड़ी गैस कह दिंदे आ? मार्श गैस। ठीक है जी, मीथेन। उस तो बाद मैं तुहानूं एक गल होर दसना चाहनी हाँ कि जिहड़ा कार्बन डाइऑक्साइड है वो आपां सॉफ्ट ड्रिंक्स च वरतदे आ। किहदे च वरतदे आ? सॉफ्ट ड्रिंक्स च वरतदे आ। ठीक है जी, जदों भी आपां बॉटल का ढक्कन खोलते हैं तो सॉफ्ट ड्रिंक्स दे विच आपां कार्बन डाइऑक्साइड नूं जिहड़ा है वरतदे हाँ। ठीक है जी, उस तो बाद जिहड़ी CNG है मोटर वाहनां नूं चलाउण लई वरतिया जांदा है। वेरी इंपॉर्टेंट CNG, जिन्हों आपां की कहते हैं कंप्रैस नैचुरल गैस, ये मोटर वाहनां लई वरतिया जांदा है। मोटर वाहनां नूं चलाउण लई जिहड़ा है वरतिया जांदा है। एक वखरा इंधन है, इस बालन नाल प्रदूषण नहीं हुंदा। की नहीं हुंदा? प्रदूषण नहीं हुंदा। इस बालन नाल की नहीं हुंदा जी? प्रदूषण नहीं हुंदा। बेटा जी नैक्सट आपां डिस्कस करते हैं मल्टीपल चॉइस क्वेश्चन किद्दां दे आंदे आ। मल्टीपल चॉइस क्वेश्चनस किद्दां दे आंदे ने इन्हां दे। ठीक है जी, मतलब लेट अस डिस्कस द मल्टीपल चॉइस क्वेश्चन। ते पहला हैगा जी चमकदार हीरा है। चमकदार हीरा है। ठीक है जी, मतलब क्वेश्चन आ सकता है कि चमकदार हीरा मतलब रूप है किसदा? कार्बन दा ही रूप है। कार्बन दा ही रूप है। ठीक है जी, अगला आ सकता है कि एक कॉपर दा रूप है। ठीक है जी, थर्ड नंबर ते आ सकता है जिंक दा रूप है। ते फोर्थ नंबर ते आ सकता है कोई नहीं। फोर्थ ते की आ सकता है? कोई नहीं। तो तुहानू पता है जी कि जिहड़ा चमकदार हीरा किसदा रूप है? वो कार्बन दा रूप है। सेकंड क्वेश्चन ग्रेफाइट बहुत। ठीक है जी, ग्रेफाइट बहुत की है? ग्रेफाइट बहुत तो पहले नंबर ते आ जांदा जी सख्त हुंदा है। ठीक है, ग्रेफाइट बहुत सख्त हुंदा है। दूजे नंबर ते आ सकता है जी चालक नहीं हुंदा, जबकि मैं तुहानू दस्सिया चालक हुंदा है। चालक नहीं हुंदा, इसदा मतलब साडी सेकंड ऑप्शन ते गलत हो गई जी। थर्ड की है जी कोमल अते लचकीला हुंदा है। कोमल अते चीकना, और तुसी पेंसिल दा सिक्का कदी फड़ के देखिया? वो कोमल अते चीकना हुंदा है। चौथा जी कोई नहीं। चौथा की है जी? कोई नहीं। तो बेटा जी वो कोमल अते चीकना हुंदा है। ठीक है, थर्ड क्वेश्चन मैं हुणे तुहाडे नाल डिस्कस कीता सी कि फ्लोरीन्स जिहड़े हुंदे ना, फ्लोरीन्स वो किन्ने कार्बन परमाणुओं दे बने हुंदे हन? मतलब फ्लोरीन्स विच किन्ने कार्बन परमाणु हुंदे हन? किन्ने कार्बन परमाणु हुंदे हन? किन्ने कार्बन परमाणु हुंदे हन? काफ़ी ऑप्शनस होणगियां इहदियां। 50, सैकेंड होणगियां 60, थर्ड होणगियां 55, फोर्थ होणगियां 65। तो बेटा जी 60 जिहड़े है उहदे विच हुंदे ने। ठीक है जी, फोर्थ क्वेश्चन की गल करांगी मैं तुहाडे नाल। चूने दे पानी विचों CO2 लंघाउण ते वो दुधिया क्यों हो जाता है जी? फोर्थ क्वेश्चन इज चूने दे पानी, चूने दे पानी विचों CO2 कार्बन डाइऑक्साइड लंघाउण ते, मतलब जे आपां कार्बन डाइऑक्साइड लंघाइए ते वो दुधिया क्यों हो जाता है? वो दुधिया क्यों हो जाता है? दुधिया क्यों हो जाता है कि जे चूने दे पानी चो तुसी CO2 लगाओ तो दुधिया क्यों हो जाता है जी? कैल्शियम कार्बोनेट करके, कैल्शियम कार्बोनेट के कारण, या होर भी ऑप्शन होणगियां बेटा जी। जो भी तुसी CO2 लगाओगे देयर इज अ फॉर्मेशन ऑफ कैल्शियम कार्बोनेट, इसके इहदे कारण वो दुधिया हो जाता है। होर क्वेश्चन मैं तुहाडे नाल इत्थे डिस्कस कीता। फिफ्थ मार्श गैस किसनूं कहंदे हन? मैं तुहाडे नाल डिस्कस कीता मीथेन बारे कि उहनूं की कहंदे आ। मार्श गैस की हुंदी है जी? मीथेन गैस हुंदी है। मीथेन गैस हुंदी है। ठीक है जी, अगे और यू कैन से CO2 गैस हुंदी है। कुछ भी ऑप्शनस आ सकती हैं। तीजी हैगी है ईथेन गैस हुंदी है। तुसी कुछ भी लिख सकते हो, ईथेन गैस हुंदी है। तो बेटा जी जिहड़ी तुहानूं पता है
ਕਿ ਮਾਰਸ਼ ਗੈਸ ਕੀ ਹੁੰਦੀ ਹੈ, ਮਾਰਸ਼ ਗੈਸ ਮੀਥੇਨ ਗੈਸ ਹੁੰਦੀ ਹੈ। ਠੀਕ ਹੈ ਜੀ। ਅੱਗੇ ਕੁਐਸਚਨ ਹੈ ਇੱਕ ਹੋਰ ਮਲਟੀਪਲ ਚੋਇਸ ਤੁਹਾਡੇ ਨਾਲ ਨੈਕਸਟ ਡਿਸਕਸ ਕਰਨ ਜਾ ਰਹੀ ਹਾਂ ਕਿ CH3COO Na plus NaOH, ठीक है जी। whenever ਇਹ ਰਿਐਕਸ਼ਨ ਅਕਰ ਕਰਦੀ ਹੈ ਤਾਂ ਕੀ ਫਾਰਮ ਹੁੰਦਾ ਹੈ ਬੇਟਾ ਜੀ? ਪਹਿਲੀ ਆਪਸ਼ਨ ਤੁਹਾਡੀ ਹੈ CH4, ਦੂਜੀ ਹੈਗੀ ਹੈ C2H6, ਤੀਜੀ ਹੈਗੀ ਹੈ ਤੁਹਾਡੀ ਜੀ C3H8 ਤੇ ਚੌਥੀ ਹੈਗੀ ਹੈ ਜੀ ਤੁਹਾਡੀ C4H10। ਤਾਂ ਦੇਖੋ ਜੀ ਬੇਟਾ ਜੀ, ਆ ਦੇਖੋ ਆ ਨਿਕਲ ਗਿਆ ਤੁਹਾਡੇ ਕੋਲ Na2 ਨਿਕਲ ਗਿਆ, ਨਾਲ CO3 ਨਿਕਲ ਗਿਆ। ਤੇ ਕੀ ਬਚ ਗਿਆ ਤੁਹਾਡੇ ਕੋਲ ਜੀ? CH4 ਇਧਰੋਂ ਬਚ ਗਿਆ ਤੇ H ਇਧਰੋਂ, ਤੇ ਇਹ ਕੀ ਹੋ ਗਿਆ ਜੀ? CH4। ਠੀਕ ਹੈ ਜੀ। ਇਹਦਾ ਮਤਲਬ ਸਾਡੀ ਫਸਟ ਆਪਸ਼ਨ ਜਿਹੜੀ ਹੈ ਰਾਈਟ ਹੈ। ਨੈਕਸਟ ਕੁਐਸਚਨ ਹੈ ਵੈਰੀ ਇੰਪੋਰਟੈਂਟ, ਕਾਰਬਨਿਕ ਜਿਹੜਾ ਪਦਾਰਥ ਹੈ ਉਸ ਦਾ ਨਾਂ ਦੱਸੋ। ਥੱਲੇ ਆਪਸ਼ਨਸ ਦਸੀਆਂ ਔਰ ਤੁਹਾਨੂੰ ਇਹ ਪੁੱਛਿਆ ਗਿਆ ਕਿ ਜਿਹੜਾ ਕਾਰਬਨਿਕ ਪਦਾਰਥ ਹੈ ਦਾ ਨਾਂ ਦੱਸੋ। ਔਰ ਮੈਂ ਤੁਹਾਨੂੰ ਹੁਣੇ ਦੱਸਿਆ ਕਿ CO2 ਨੂੰ ਅਸੀਂ ਕਾਰਬਨਿਕ ਪਦਾਰਥ ਨਹੀਂ ਕਹਿੰਦੇ, CO ਨੂੰ ਵੀ ਨਹੀਂ ਕਹਿੰਦੇ, ਬਿਕੋਜ਼ ਇਟ ਇਜ਼ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ। ਬੇਸਿਕਲੀ ਜਿਹੜਾ ਤੁਹਾਨੂੰ ਕਾਰਬਨਿਕ ਪਦਾਰਥ ਦਾ ਨਾਂ ਪੁੱਛਿਆ ਗਿਆ ਹੈ ਉਹ ਹੈ ਕੋਕ। ਠੀਕ ਹੈ ਜੀ, ਕੋਕ। ਠੀਕ ਹੈ ਜੀ। ਤੇ ਇੱਦਾਂ ਦੇ ਮਲਟੀਪਲ ਚੋਇਸ ਕੁਐਸਚਨ ਬੇਟਾ ਜੀ ਤੁਹਾਨੂੰ ਪੁੱਛੇ ਜਾਣੇ ਨੇ। ਔਰ ਇਹ ਜਿਹੜੀ ਕਾਰਬਨ ਦੀ ਆਪਾਂ ਅੱਜ ਤੁਹਾਡੀ ਤਿਆਰੀ ਕਰਾਈ ਹੈ, ਇਹ ਫਰਦਰ ਵੀ ਇੱਦਾਂ ਹੀ ਮੈਂ ਸੈਟ ਦੇ ਲੈਕਚਰਸ ਲੈਂਦੀ ਰਵਾਂਗੀ। ਔਰ ਅਗਲਾ ਟੌਪਿਕ ਜਿਹੜਾ ਮੈਂ ਲਵਾਂਗੀ ਦੈਟ ਇਜ਼ ਪਰਮਾਣੂ ਦੀ ਬਣਤਰ, ਔਰ ਉਸ ਤੋਂ ਬਾਅਦ ਮੈਂ ਡਿਸਕਸ ਕਰਾਂਗੀ ਧਾਤਾਂ ਤੇ ਅਧਾਤਾਂ। ਤਦ ਤੱਕ ਸਾਡੇ ਨਾਲ ਬਣੇ ਹੋ ਰਹੋ। ਟਿਲ ਦੈਨ ਵਿਦ ਮੀ। ਓਕੇ ਜੀ, ਗੁੱਡ ਬਾਏ, ਟੇਕ ਕੇਅਰ ਡੀਅਰ ਸਟੂਡੈਂਟਸ।